ਵਿਆਹੀ ਗਈ ਹਾਂ ਸਰ ਮੈਂ। ਤਕਰੀਬਨ 2.5 ਮਹੀਨੇ ਮੇਰਾ ਘਰ ਵਾਲਾ ਮੇਰੇ ਕੋਲ ਰਿਹਾ ਆ। ਉਸ ਤੋਂ ਬਾਅਦ ਜੋ ਆਪ ਵਾਪਸ ਚਲਾ ਗਿਆ ਤੇ ਸਹੁਰਿਆਂ ਨੇ ਮੇਰੇ ਤੇ ਦਬਾਅ ਪਾਣਾ, ਜੇ ਕੋਈ ਗੱਲ ਹੋਣੀ ਮੈਨੂੰ ਬਾਰ-ਬਾਰ ਇੱਥੇ ਪੇਕੇ ਭੇਜ ਦੇਣਾ, ਕਹਿਣਾ ਤੰਗੀ ਆ ਤਾਂ ਪੇਕੇ ਚਲ ਜਾ। ਉਸ ਤੋਂ ਬਾਅਦ 18 ਤੋਂ ਬਾਅਦ ਵਿੱਚ ਮੇਰੇ ਕੋਲ ਵਾਪਸ ਆਇਆ ਆ, ਤਕਰੀਬਨ ਮਹੀਨੇ ਕੁ ਦੀ ਛੁੱਟੀ। ਉਸ ਤੋਂ ਬਾਅਦ ਉਹਨੇ ਮੇਰੀ ਰੱਜ ਕੇ ਮੇਰੀ ਕੁੱਟਮਾਰ ਕੀਤੀ। ਕਰਦੇ ਤਾਂ ਪਹਿਲਾਂ ਹੀ ਨਹੀਂ ਸੀ ਮੇਰੀ ਗੱਲ ਮੰਨਦੇ, ਤੰਗੀ ਹੋਣੀ ਤਾਂ ਕਹਿਣਾ ਕਪੂਰ ਪਿੰਡ ਚਲੀ ਜਾ। ਹਾਲਾਂਕਿ ਪਸੰਦ ਦਾ ਉਹਨਾਂ ਦਾ ਵਿਆਹ ਕੀਤਾ ਅਸੀਂ, ਉਹਨਾਂ ਦੀ ਪਸੰਦ ਸੀ ਕਿ ਸਾਡਾ ਵਿਆਹ ਪੈਲਸ ਵਿੱਚ ਹੋਵੇ, ਨੋਟਬੰਦੀ 'ਚ ਵਿਆਹ ਸੀਗਾ। ਜਿੰਨਾ ਮੇਰੇ ਭਰਾਵਾਂ ਮੇਰੀ ਮੰਮੀ ਕੋਲੋਂ ਸਰਿਆ ਪਏ ਸਾਹਿਬ, ਮੇਰੇ ਡੈਡੀ ਮੇਰੇ ਸਿਰ ਤੇ ਹੈ ਨਹੀਂ, ਉਹ ਜਿੰਨਾ ਸਰਿਆ ਉਹਨਾਂ ਨਾਲ ਚਲੋ ਅਸੀਂ ਵਿਆਹ ਕਰ ਦਿੱਤਾ, ਬਟ ਉਹਨਾਂ ਨੇ ਮੈਨੂੰ ਰੱਖਿਆ ਨਹੀਂ। ਨਿੱਕੀ ਨਿੱਕੀ ਗੱਲਾਂ ਤੇ ਮਿਹਣੇ ਮਾਰਨੇ। ਤੁਸੀਂ ਦੱਸ ਰਹੇ ਸੀਗੇ ਕਿ ਮੁੰਡਾ ਵੀ ਉਮਰ ਤੋਂ ਵੱਡਾ ਸੀਗਾ ਤੁਹਾਡੇ ਤੋਂ, ਕਿੰਨਾ ਚਿਰ ਉਮਰ ਤੋਂ ਵੱਡਾ? ਮੇਰੇ ਕੋਲ ਤਕਰੀਬਨ 10 ਸਾਲ ਵੱਡੀ ਸੀ। ਤੁਸੀਂ ਇਤਰਾਜ਼ ਨਹੀਂ ਜਤਾਇਆ ਕਿ 10 ਸਾਲ ਵੱਡਾ ਆ ਫਿਰ ਵੀ ਮੈਂ ਕਿਉਂ ਵਿਆਹ ਕਰਵਾਵਾਂ? ਤੁਸੀਂ ਇਹ ਚੀਜ਼, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਆਪ ਵੀ ਕੰਮ ਕਰਦੇ ਸੀ। ਚਾਚਾ ਜੀ ਨੇ ਜੋ ਕਹਿਤਾ ਇਹੀ ਸੀ, ਸਾਡੇ ਘਰ 'ਚ ਇਹ ਸੀ ਕਿ ਜੋ ਚਾਚਾ ਜੀ ਨੇ ਕਹਿਤਾ ਸਾਡੇ ਲਈ ਉਹੀ ਸਹੀ ਆ। ਅਸੀਂ ਮਿਲੇ ਵੀ ਬਸ ਇੱਕ ਜਦੋਂ ਅੰਗੇਜਮੈਂਟ ਸੀ ਉਦੋਂ ਆ, ਉਸ ਤੋਂ ਬਾਅਦ ਕਦੀ ਸਾਡੀ ਕੋਈ ਗੱਲ ਨਹੀਂ ਹੋਈ, ਫੋਨ ਤੇ ਕਦੀ ਰਾਬਤਾ ਨਹੀਂ ਹੋਇਆ। ਕਿਤੇ ਕਿਤੇ ਫੋਨ ਕਰਨਾ, ਵਿਆਹ ਦਾ ਸੀਗਾ ਮਾਹੌਲ, ਨੋਟਬੰਦੀ ਹੋਈ ਸੀ, ਕੰਮ ਪੈਣਾ, ਤਾਂ ਬਹੁਤ ਘੱਟ ਗੱਲ ਹੋਈ। ਸਿਰਫ ਵਿਆਹ ਹੀ ਗਈ ਉਹਨਾਂ ਦੇ ਘਰ ਸਿੱਧਾ ਹੀ। ਘਰਦਿਆਂ ਨੂੰ ਇਹ ਸੀਗਾ ਕਿ ਰਿਹਾ ਤੋਂ ਰਿਹਾ ਵੀ ਸੱਸ ਦੇ ਕੰਨ ਢੱਕ ਦਿੰਦਾ ਆ, ਕਿ ਅਸੀਂ ਸਿਰਫ ਪੈਲਸ ਦਾ ਹੀ ਖਰਚਾ ਕੀਤਾ, ਪੈਲਸ ਦੀ ਰੋਟੀ ਪਾਣੀ ਦਾ ਕੀਤਾ, ਕਿ ਸਾਨੂੰ ਗੋਲਡ ਵਗੈਰਾ ਨਹੀਂ ਪਾਇਆ ਗਿਆ। ਮੇਰੀ ਸੱਸ ਇਸੇ ਗੱਲ ਤੇ ਮੈਨੂੰ ਮਿਹਣੇ ਮਾਰਦੀ ਹੁੰਦੀ ਸੀ, ਨਿੱਕੀ ਨਿੱਕੀ ਗੱਲ ਤੇ। ਜਠਾਣੀ ਵੱਲੋਂ ਵੀ ਇਹ ਤਾਂ ਰਿਹਾ ਤੋਂ ਰਿਹਾ ਵੀ ਕਰ ਦਿੰਦਾ, ਕਿਉਂ ਫਾਦਰ ਸਾਹਿਬ ਵੀ ਨੌਕਰੀ ਕਰਦੇ ਸੀ, ਵੱਡਾ ਭਰਾ ਬਾਹਰ ਸੀਗਾ, ਛੋਟਾ ਵੀ ਇੱਧਰ ਸਰਵਿਸ ਕਰਦਾ ਸੀਗਾ, ਕਿ ਇੰਨਾ ਤਾਂ ਰਿਹਾ ਤੋਂ ਰਿਹਾ ਵੀ ਕਰ ਦਿੰਦਾ, ਤੁਹਾਡੇ ਤੋਂ ਸੱਸ ਦੇ ਕੰਨ ਵੀ ਨਹੀਂ ਟਕੇਗੇ। ਛੋਟੇ ਘਰ ਦੀ ਕਹਿ ਕੇ ਕਿਹਾ ਜਾਂਦਾ ਸੀਗਾ। ਮੈਨੂੰ ਸਰ ਰੱਖਿਆ ਹੀ ਨਹੀਂ ਉਹਨਾਂ ਨੇ, ਮੁੰਡਾ ਭੇਜ ਦਿੱਤਾ ਬਾਹਰ, ਮੈਨੂੰ ਕੱਢ ਦਿੱਤਾ ਇੱਥੇ ਪੇਕਿਆਂ ਦੇ। ਕਿ ਮੇਰੀ ਸੱਸ ਨੇ ਮੈਨੂੰ ਮੂੰਹ ਤੇ ਕਹਿਤਾ ਕਿ ਤੇਰਾ ਟੱਬਰ ਜਿੱਥੇ ਮਰਜ਼ੀ ਛੱਡ, ਚਾਹੇ ਆਸ਼ਰਮ ਛੱਡ ਜਾ ਇਹਨੂੰ। ਮੇਰੇ ਘਰ ਵਾਲੇ ਨੂੰ ਮੈਨੂੰ ਇਹ ਕਹਿ ਕੇ ਘਰੋਂ ਕੱਢਤਾ ਕਿ ਤੇਰਾ ਘਰ 'ਚ ਕੋਈ ਹਿੱਸਾ ਨਹੀਂ ਹੈਗਾ, ਇਹ ਘਰ ਜਠਾਣੀ ਦੇ ਨਾਮ ਤੇ ਆ। 5 ਲੱਖ ਲੈਣ ਤੋਂ ਬਾਅਦ ਫੋਨ ਬਲੌਕ ਕਰ? ਬਿਲਕੁਲ 5 ਲੱਖ ਦਵਾਈ ਨੇ ਮੈਂ ਨੰਬਰ ਹੀ ਬਲੌਕ ਕਰ ਦਿੱਤਾ। ਘਰ ਵਾਲੇ ਨੇ 2-3 ਵਾਰੀ ਬਲੌਕ ਕੀਤਾ, ਫਿਰ ਮੈਂ ਫੋਨ ਕਰਨਾ, ਮੈਂ ਘਰ ਵੀ ਜਾ ਕੇ ਆਉਂਦੀ ਰਹੀ ਹਾਂ ਕਿ ਨਾ ਤਾਂ ਤੁਸੀਂ ਰੱਖਦੇ ਆ, ਨਾ ਉਹ ਉਧਰੋਂ ਆ ਰਿਹਾ, ਨਾ ਮੇਰਾ ਕੰਮ ਬਣਾ ਰਿਹਾ, ਮੈਂ ਦੱਸੋ ਕਿੱਥੇ ਰਵਾਂ? ਮੇਰੇ ਕੋਲ ਤਾਂ ਕੋਈ ਬੱਚਾ ਵੀ ਨਹੀਂ ਹੈਗਾ ਜੇ ਮੈਂ ਜਿਹਦੇ ਆਸਰੇ ਟਾਈਮ ਪਾਸ ਕਰੀ ਜਾਵਾਂ। ਮੈਨੂੰ ਅੱਜ ਤੱਕ ਸਮਝ ਨਹੀਂ ਲੱਗਾ ਕਿ ਮੇਰੀ ਗਲਤੀ ਕਿੱਥੇ ਆ। ਕੰਮ ਨਾ ਮੈਂ ਕੰਮ ਕਰਕੇ ਦਿੰਦੀ ਰਹੀ ਹਾਂ, ਲੜਾਈ ਝਗੜਾ ਮੈਂ ਨਹੀਂ ਸੀ ਕਰਦੀ, ਪੇਕੇ ਮੈਂ ਨਹੀਂ ਲਾਈ ਰੱਖਦੀ ਸੀ, ਖਰਚਾ ਉਤੋਂ ਮੈਂ ਨਹੀਂ ਸੀ ਮੰਗਦੀ। ਕਿ ਮੇਰੀ ਗਲਤੀ ਕੀ ਆ? ਹੁਣ ਜੇ ਅੱਜ ਉਹਨੂੰ ਮੈਂ ਕਹਿੰਦੀ ਆ ਕਿ ਜੇ ਬਾਲਾ ਨਹੀਂ ਬਣਦਾ ਤੂੰ ਇੰਡੀਆ ਆ ਜਾ, ਤਾਂ ਮੈਨੂੰ ਉਲਟਾ ਮੈਨੂੰ ਰਿਕਾਰਡਿੰਗਾਂ ਭੇਜਦਾ ਕਿ 10 ਲੱਖ ਲੈਣਾ, ਲੈ ਸਾਈਡ ਤੇ ਹੋ। ਵਿਦੇਸ਼ ਗਏ ਮੁੰਡੇ ਕੁੜੀਆਂ ਦੇ ਧੋਖੇ ਦੇਣ ਦੇ ਕਈ ਤਰ੍ਹਾਂ ਦੇ ਕੇਸ ਅੱਜਕੱਲ੍ਹ ਸਾਹਮਣੇ ਆ ਰਹੇ ਨੇ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਕਿ ਕੁੜੀਆਂ ਨੇ ਬਾਹਰ ਜਾ ਕੇ ਮੁੰਡਿਆਂ ਨੂੰ ਇੱਥੇ ਧੋਖੇ ਦਿੱਤੇ। ਪਰ ਇਹ ਕਹਾਣੀਆਂ ਜਦੋਂ ਮੁੰਡਿਆਂ ਤੇ ਲਾਗੂ ਹੁੰਦੀਆਂ ਨੇ ਤਾਂ ਉਦੋਂ ਵੀ ਕਈ ਸਵਾਲ ਚੁੱਕੇ ਜਾਂਦੇ ਨੇ ਕਿ ਜਦੋਂ ਮੁੰਡੇ ਇੱਥੇ ਵਿਆਹ ਕਰਵਾ ਕੇ ਬਾਹਰ ਚਲੇ ਜਾਂਦੇ ਨੇ ਤਾਂ ਫਿਰ ਕੁੜੀਆਂ ਨੂੰ ਵੀ ਇੱਥੇ ਛੱਡ ਜਾਂਦੇ ਨੇ, ਧੋਖੇ ਉਹਨਾਂ ਨੂੰ ਵੀ ਦੇ ਜਾਂਦੇ ਨੇ। ਕਹਾਣੀਆਂ ਬਹੁਤ ਸਾਰੀਆਂ ਸਾਹਮਣੇ ਆਈਆਂ ਅਤੇ ਹਰ ਕਹਾਣੀ ਦੇ ਵਿੱਚ ਕੋਈ ਨਾ ਕੋਈ ਨਵੀਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਤਾਂ ਅੱਜ ਇੱਕ ਹੋਰ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਲਾੜੇ ਦੀ, ਜਿਹੜਾ ਲਾੜਾ ਵਿਆਹ ਕਰਵਾ ਕੇ ਇਟਲੀ ਚਲਾ ਗਿਆ ਪਰ ਆਪਣੀ ਲਾੜੀ ਨੂੰ ਇੱਥੇ ਹੀ ਛੱਡ ਗਿਆ। ਜਲੰਧਰ ਦੇ ਕਪੂਰ ਪਿੰਡ ਦੀ ਕਹਾਣੀ ਆ। ਹਰਪ੍ਰੀਤ ਕੌਰ ਲੜਕੀ ਉਹ ਸਾਡੇ ਨਾਲ ਨੇ, ਜੋ 2016 ਦੇ ਵਿੱਚ ਵਿਆਹ ਕਰਵਾਇਆ। 2018 ਤੋਂ ਬਾਅਦ ਇਹਨਾਂ ਦਾ ਪਤੀ ਵਾਪਸ ਨਹੀਂ ਆਇਆ, ਨਾ ਹੀ ਇਹਨਾਂ ਨਾਲ ਗੱਲ ਕਰਦਾ ਏ ਅਤੇ ਨਾ ਹੀ ਇਹਨਾਂ ਨੂੰ ਉੱਥੇ ਲਿਜਾਣ ਦੀ ਗੱਲ ਕਰਦਾ ਏ। ਹਾਲਾਂਕਿ ਸਹੁਰੇ ਪਰਿਵਾਰ ਨੇ ਵੀ ਇਹਨਾਂ ਨੂੰ ਜਵਾਬ ਦੇ ਦਿੱਤਾ ਕਿ ਸਾਡੇ ਘਰੇ ਨਾ ਰਹਿ, ਤੂੰ ਆਪਣੇ ਪੇਕਿਆਂ ਘਰ ਚਲੇ ਜਾ। ਹਰਪ੍ਰੀਤ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਹਰਪ੍ਰੀਤ, 2016 ਦੇ ਵਿੱਚ ਤੁਹਾਡਾ ਵਿਆਹ ਹੁੰਦਾ, ਉਦੋਂ ਕੀ ਕਹਿ ਕੇ ਵਿਆਹ ਹੁੰਦਾ ਆ? ਕੋਈ ਸ਼ਰਤਾਂ ਤੇ ਹੁੰਦਾ ਵਿਆਹ ਕਿ ਤੁਹਾਨੂੰ ਬਾਹਰ ਲੈ ਜਾਣਗੇ ਜਾਂ ਫਿਰ ਕੋਈ ਹੋਰ ਸ਼ਰਤ ਹੁੰਦੀ ਹੈ? ਨਹੀਂ ਸਰ, ਮੇਰਾ ਵਿਆਹ 2016 'ਚ ਹੋਇਆ ਸੀ। ਵਿਆਹ ਤੋਂ ਪਹਿਲਾਂ ਕਹਿੰਦੇ ਸੀ ਕਿ ਮੁੰਡਾ ਬਾਹਰੋਂ ਆਇਆ ਆ, ਮੁੰਡਾ ਬਾਹਰੋਂ ਆਇਆ ਆ, ਤੇ ਉਹਨਾਂ ਦੇ ਘਰ ਵੀ ਬਣਿਆ ਹੋਇਆ ਸੀ ਲੱਦੇਵਾਲੀ ਦੇ ਵਿੱਚ। ਪਹਿਲਾਂ ਦੱਸਿਆ ਗਿਆ ਕਿ ਘਰ ਸਾਰਾ ਬਣਿਆ ਹੋਇਆ ਸਾਰਿਆਂ ਦਾ ਸਾਂਝਾ ਆ। ਉਸ ਤੋਂ ਨਾਲ ਦਾ ਪਲਾਟ ਸੀ, ਕਹਿੰਦਾ ਮੁੰਡੇ ਦੀ ਆਪਣੀ ਖਰੀਦਦਾ, ਮੁੰਡਾ 10 ਸਾਲ ਸਫ਼ਰ ਲਾ ਕੇ ਆਇਆ ਆ, ਤੁਹਾਡੀ ਇੱਛਾ ਇੱਧਰ ਰਹੀਓ, ਤੁਹਾਡੀ ਇੱਛਾ ਬਾਹਰ ਜਾਇਓ। ਵੀ ਇਹ ਘਰ ਇੱਕ ਸਾਡਾ ਇੱਕ ਪਿੰਡ ਪਿੱਛਾ ਕੰਗਣੀ ਵਾਲਾ, ਸਾਡਾ ਉੱਥੇ ਵੀ ਘਰ ਹੈਗਾ ਆ। ਵਿਆਹੀ ਗਈ ਹਾਂ ਸਰ ਮੈਂ, ਤਕਰੀਬਨ 2.5 ਮਹੀਨੇ ਮੇਰਾ ਘਰ ਵਾਲਾ ਮੇਰੇ ਕੋਲ ਰਿਹਾ ਆ। ਉਸ ਤੋਂ ਬਾਅਦ ਜੋ ਆਪ ਵਾਪਸ ਚਲਾ ਗਿਆ ਤੇ ਸਹੁਰਿਆਂ ਨੇ ਮੇਰੇ ਤੇ ਦਬਾਅ ਪਾਣਾ, ਜੇ ਕੋਈ ਗੱਲ ਹੋਣੀ ਮੈਨੂੰ ਬਾਰ-ਬਾਰ ਇੱਥੇ ਪੇਕੇ ਭੇਜ ਦੇਣਾ, ਕਹਿਣਾ ਤੰਗੀ ਆ ਤਾਂ ਪੇਕੇ ਚਲ ਜਾ। ਜਿਉਂ ਮੈਂ ਦੱਸਣਾ ਕਿ ਮੈਂ ਆਹ ਨਸ਼ੇ ਪੱਤੇ ਖਾਂਦਾ, ਮੰਮੀ ਇਹਦੇ ਕੋਲ ਆਹ ਚੀਜ਼ ਨਿਕਲੀ ਸੀਗੀ ਜੋ 2.5 ਮਹੀਨੇ ਪਹਿਲਾਂ ਰਿਹਾ ਆ, ਤੰਗੀ ਆ ਤਾਂ ਕਪੂਰ ਪਿੰਡ ਚਲੀ ਜਾ। ਵੀ ਮੈਨੂੰ ਕਪੂਰ ਪਿੰਡ ਲਈ ਥੋੜੀ ਨਾ ਵਿਆਹਿਆ ਗਿਆ ਸੀਗਾ ਕਿ ਮੈਂ ਮਾਪਿਆਂ ਵਾਪਸ ਆਪਣੀ ਮੰਮੀ ਦੇ ਕੋਲ ਜਾ ਪੇਕੇ ਘਰ ਜਾ ਕੇ ਰਵਾਂ। ਤਕਰੀਬਨ 2.5 ਮਹੀਨੇ ਰਹਿ ਕੇ ਵਾਪਸ ਉਹ ਚਲਾ ਗਿਆ। ਉਸ ਤੋਂ ਬਾਅਦ ਵਿੱਚ ਆਇਆ 2018 ਦੇ ਵਿੱਚ
ਮੈਂ ਹੌਲੀ ਹੌਲੀ ਰਹਿ ਕੇ ਪੇਕੇ ਆਪਣੇ ਸਹੁਰੇ ਦੇ ਵਿੱਚ ਆਪਣਾ ਸਿਲਾਈ ਦਾ ਕੰਮ ਸ਼ੁਰੂ ਕਰਕੇ ਆਪਣਾ ਟਾਈਮ ਪਾਸ ਲਾਪੀ ਕਰਨ ਕਿ ਉਹਨਾਂ ਨੇ ਕਦੀ ਖਰਚਾ ਨਹੀਂ ਪੁੱਛਣਾ, ਕਦੀ ਮੈਨੂੰ ਕਿਤੇ ਰਿਸ਼ਤੇਦਾਰੀ ਦੇ ਕਦੀ 4 ਬੰਦਿਆਂ 'ਚ ਬਿਠਾ ਕੇ ਕੋਈ ਗੱਲ ਨਹੀਂ ਕਰਨੀ, ਨਾ ਕਿਸੇ 'ਚ ਬੈਠਣ ਦੇਣਾ। ਬਸ ਕਿਚਨ ਤੱਕ ਜਾਂ ਸਿਲਾਈ ਤੱਕ ਜਾਂ ਆਪਣੇ ਕਮਰੇ ਤੱਕ ਜਾਂ ਘਰ ਦੇ ਕੰਮਕਾਰਾਂ ਤੱਕ ਇੱਥੇ ਤੱਕ ਹੀ ਮੈਨੂੰ ਰੱਖਿਆ। ਉਸ ਤੋਂ ਬਾਅਦ 18 ਤੋਂ ਬਾਅਦ ਵਿੱਚ ਮੇਰੇ ਕੋਲ ਵਾਪਸ ਆਏ ਆ ਤਕਰੀਬਨ ਮਹੀਨੇ ਕੁ ਦੀ ਛੁੱਟੀ। ਉਸ ਤੋਂ ਬਾਅਦ ਉਹਨੇ ਮੇਰੀ ਰੱਜ ਕੇ ਮੇਰੀ ਕੁੱਟਮਾਰ ਕੀਤੀ। ਇਹੀ ਕਿ ਇੱਕ ਦੋ ਵਾਰੀ ਨਸ਼ਾ ਪੱਤਾ ਉਹਦੇ ਕੋਲੋਂ ਫੜਿਆ ਗਿਆ। ਮੈਂ ਦੱਸਣਾ ਘਰਦਿਆਂ ਨੂੰ, ਘਰਦੇ ਤਾਂ ਪਹਿਲਾਂ ਹੀ ਨਹੀਂ ਸੀ ਮੇਰੀ ਗੱਲ ਮੰਨਦੇ। ਤੰਗੀ ਹੋਣੀ ਤਾਂ ਕਹਿਣਾ ਕਪੂਰ ਪਿੰਡ ਚਲੀ ਜਾ। ਹਾਲਾਂਕਿ ਪਸੰਦ ਦਾ ਉਹਨਾਂ ਦਾ ਵਿਆਹ ਕੀਤਾ ਅਸੀਂ, ਉਹਨਾਂ ਦੀ ਪਸੰਦ ਸੀ ਕਿ ਸਾਡਾ ਵਿਆਹ ਪੈਲਸ ਵਿੱਚ ਹੋਵੇ, ਨੋਟਬੰਦੀ 'ਚ ਵਿਆਹ ਸੀਗਾ। ਜਿੰਨਾ ਮੇਰੇ ਭਰਾਵਾਂ ਮੇਰੀ ਮੰਮੀ ਕੋਲੋਂ ਸਰਿਆ ਪਏ ਸਾਹਿਬ, ਮੇਰੇ ਡੈਡੀ ਮੇਰੇ ਸਿਰ ਤੇ ਹੈ ਨਹੀਂ, ਉਹ ਜਿੰਨਾ ਸਰਿਆ ਉਹਨਾਂ ਨਾਲ ਚਲੋ ਅਸੀਂ ਵਿਆਹ ਕਰ ਦਿੱਤਾ, ਬਟ ਉਹਨਾਂ ਨੇ ਮੈਨੂੰ ਰੱਖਿਆ ਨਹੀਂ। ਨਿੱਕੀ ਨਿੱਕੀ ਗੱਲਾਂ ਤੇ ਮਿਹਣੇ ਮਾਰਨੇ। ਇਹ ਦੱਸੋ ਕਿ ਵਿਆਹ ਦੇ ਵਿੱਚ ਵਿਚੋਲਾ ਕੌਣ ਸੀ, ਕਿਹਨੇ ਵਿਆਹ ਕਰਵਾਇਆ? ਇਹ ਕੋਈ ਲਾਲਚ ਤੁਹਾਡੇ ਮਨ 'ਚ ਤਾਂ ਨਹੀਂ ਕਿ ਮੈਂ ਵੀ ਇਟਲੀ ਚਲੇ ਜਾਊਂਗੀ? ਨਹੀਂ ਸਰ, ਬਿਲਕੁਲ ਨਹੀਂ। ਕਿਉਂ ਮੇਰਾ ਬ੍ਰਦਰ ਵੀ ਇਟਲੀ 'ਚ ਆ, ਮੇਰੀ ਮਾਸੀ ਦੇ ਕਜ਼ਨ ਮੇਰੇ ਉਹ ਵੀ ਇਟਲੀ 'ਚ ਨੇ, ਮੇਰਾ ਰੀਅਲ ਬ੍ਰਦਰ ਵੀ ਇਟਲੀ ਦੇ ਵਿੱਚ 10 ਸਾਲ ਪਹਿਲਾਂ ਦਾ। ਮੇਰੇ ਮਨ 'ਚ ਇਹ ਲਾਲਚ ਨਹੀਂ ਕਿ ਮੈਂ ਬਾਹਰ ਹੀ ਜਾਵਾਂ। ਜੈਨੂਅਨ ਵਿਆਹ ਕਰਵਾਇਆ ਮਤਲਬ? ਹਾਂਜੀ ਹਾਂਜੀ, ਬਿਲਕੁਲ ਜੈਨੂਅਲੀ ਵਿਆਹ ਕਰਵਾਇਆ। ਕੋਈ ਲਾਲਚ ਨੂੰ ਨਹੀਂ ਸੀ ਕਿ ਮੈਂ ਬਾਹਰ ਹੀ ਜਾਵਾਂ। ਬਾਅਦ ਵਿੱਚ ਮੇਰਾ ਚਾਚਾ ਜੀ ਨੇ ਰਿਸ਼ਤਾ ਕੀਤਾ। ਮੇਰੇ ਫਾਦਰ ਸਾਹਿਬ ਸਿਰ ਤੇ ਹੈ ਨਹੀਂ, ਉਹ ਚਾਚਾ ਜੀ ਮੇਰੇ ਸਾਡੇ ਪਿਆ ਵਰਗੇ ਨੇ, ਉਹਨਾਂ ਨੇ ਮੇਰਾ ਰਿਸ਼ਤਾ ਕੀਤਾ। ਉਹ ਵਿਚੋਲੇ ਸੀ। ਉਹਨਾਂ ਦੀ ਕੁੜੀ ਮੇਰੀ ਨਨਾਣ ਦੇ ਟੱਬਰ 'ਚ ਵਿਆਹੀ ਗਈ ਆ, ਉਹਨਾਂ ਦੀ ਫੈਮਿਲੀ 'ਚ ਵਿਆਹੀ ਗਈ ਆ ਕੁੜੀ ਉਹਨਾਂ ਦੀ। ਉਧਰ ਉਹ ਵਿਚੋਲਣ ਸੀਗੇ, ਮੇਰੀ ਨਨਾਣ ਤੇ ਨਣਦੋਈ ਆ। ਤੁਹਾਡੇ ਚਾਚੇ ਨੇ ਰਿਸ਼ਤਾ ਕਰਵਾਇਆ ਤੇ ਇਹ ਤੁਸੀਂ ਦੱਸ ਰਹੇ ਸੀਗੇ ਕਿ ਮੁੰਡਾ ਵੀ ਉਮਰ ਤੋਂ ਵੱਡਾ ਸੀਗਾ ਤੁਹਾਡੇ ਤੋਂ। ਕਿੰਨਾ ਚਿਰ ਉਮਰ ਤੋਂ ਵੱਡਾ ਸੀ? ਮੇਰੇ ਕੋਲ ਤਕਰੀਬਨ 10 ਸਾਲ ਵੱਡੀ ਸੀ। ਤੁਸੀਂ ਇਤਰਾਜ਼ ਨਹੀਂ ਜਤਾਇਆ ਕਿ 10 ਸਾਲ ਵੱਡਾ ਆ ਫਿਰ ਵੀ ਮੈਂ ਕਿਉਂ ਵਿਆਹ ਕਰਵਾਵਾਂ? ਤੁਸੀਂ ਇਹ ਚੀਜ਼ ਨਹੀਂ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਆਪ ਵੀ ਕੰਮ ਕਰਦੇ ਸੀ। ਚਾਚਾ ਜੀ ਨੇ ਜੋ ਕਹਿਤਾ ਇਹੀ ਸੀ। ਸਾਡੇ ਘਰ 'ਚ ਇਹ ਸੀ ਕਿ ਜੋ ਚਾਚਾ ਜੀ ਨੇ ਕਹਿਤਾ ਸਾਡੇ ਲਈ ਉਹੀ ਸਹੀ ਆ। ਕਿਉਂ ਫਾਦਰ ਸਾਹਿਬ ਸਿਰ ਤੇ ਨਹੀਂ ਸੀਗੇ, ਡੈਡੀ ਤੇ ਉਹਨਾਂ ਦੀ ਇੱਕ ਗੱਲ ਹੁੰਦੀ ਸੀ, ਕੋਈ ਵੀ ਆਪਣੀ ਧੀ ਲਈ ਉਹਨਾਂ ਨੇ ਇਹੀ ਕਹਿਣਾ। ਮੈਂ ਇਤਰਾਜ਼ ਕੀਤਾ, ਮੇਰੇ ਭਰਾ ਨੇ ਇਤਰਾਜ਼ ਕੀਤਾ ਕਿ ਨਹੀਂ ਸਾਨੂੰ ਮਨਜ਼ੂਰ ਨਹੀਂ ਹੈਗਾ, ਮੁੰਡੇ ਦੀ ਏਜ ਜ਼ਿਆਦਾ ਆ। ਇਹਨਾਂ ਨੇ ਇਹ ਕਹਿਤਾ ਕਿ ਨਹੀਂ ਠੀਕ ਆ, ਜੋ ਮੈਂ ਕਰਕੇ ਆਏ ਵਧੀਆ ਫੈਮਿਲੀ ਆ। ਇੱਕ ਵਿਸ਼ਵਾਸ ਤੇ ਰਿਸ਼ਤਾ ਕੀਤਾ ਸੀ, ਛਾਣਬੀਣ ਵੀ ਨਹੀਂ ਅਸੀਂ ਤੱਕ ਕੀਤੀ ਕਿ ਜੇ ਛਾਣਬੀਣ, ਕਿਉਂਕਿ ਚਾਚਾ ਜੀ ਨੇ ਆਪਣੀ ਫੈਮਿਲੀ 'ਚ ਵਿਆਹ ਕੀਤਾ ਸੀ। ਮੈਂ ਵਿਆਹੀ ਗਈ ਸੀ ਕਿ ਚਾਚਾ ਜੀ ਨੇ ਮੇਰੀ ਭਾਬੀ ਨੂੰ ਨਹੀਂ ਭੇਜਿਆ ਨਾਲ, ਆਪਣੀ ਕੁੜੀ ਤੇ ਜਵਾਈ ਨੂੰ ਭੇਜਿਆ ਸੀ ਮੇਰੇ ਨਾਲ। ਜਦੋਂ ਮੈਂ ਵਿਆਹੀ ਗਈ ਦੂਜੇ ਦਿਨ ਜਾਂਦੇ ਆ। ਇਹ ਦੱਸੋ ਕਿ ਜਦੋਂ ਰਿਸ਼ਤੇ ਦੀ ਗੱਲ ਚੱਲੀ, ਤੁਸੀਂ ਪਹਿਲਾਂ ਮੁੰਡੇ ਨੂੰ ਮਿਲੇ ਹੋਵੋਗੇ, ਤਾਂ ਉਦੋਂ ਨਹੀਂ ਸੀ ਪਤਾ ਲੱਗਿਆ ਵੀ ਇਹ ਨਸ਼ੇ ਕਰਦਾ ਆ ਜਾਂ ਸ਼ਰਾਬ ਵਗੈਰਾ ਪੀਂਦਾ ਆ? ਸ਼ਰਾਬ ਵੀ ਪੀਂਦਾ ਸੀਗਾ ਕਿ ਹੋਰ ਵੀ ਨਸ਼ੇ ਕਰਦਾ ਸੀ? ਨਹੀਂ ਸਰ ਜੀ, ਉਹ ਫੀਮ ਹੋ ਗਿਆ, ਡੋਡੇ ਹੋ ਗਏ ਜਾਂ ਕੈਪਸੂਲ ਗੋਲੀਆਂ, ਮੈਨੂੰ ਪਤਾ ਨਹੀਂ ਉਹ ਕੀ ਚੀਜ਼ ਹੁੰਦੀ ਆ, ਉਹ ਹੋ ਗਈਆਂ। ਦਾਰੂ ਤਾਂ ਬਹੁਤ ਪੀਂਦਾ। ਅਸੀਂ ਮਿਲੇ ਵੀ ਬਸ ਇੱਕ ਜਦੋਂ ਅੰਗੇਜਮੈਂਟ ਸੀ ਉਸ ਦਿਨ ਵਾ, ਉਸ ਤੋਂ ਬਾਅਦ ਕਦੀ ਸਾਡੀ ਕੋਈ ਗੱਲ ਨਹੀਂ ਹੋਈ, ਫੋਨ ਤੇ ਕਦੀ ਰਾਬਤਾ ਨਹੀਂ ਹੋਇਆ। ਕਿਤੇ ਕਿਤੇ ਫੋਨ ਕਰਨਾ, ਵਿਆਹ ਦਾ ਸੀਗਾ ਮਾਹੌਲ, ਨੋਟਬੰਦੀ ਹੋਈ ਸੀ, ਕੰਮ ਪੈਣਾ, ਤਾਂ ਬਹੁਤ ਘੱਟ ਗੱਲ ਹੋਈ। ਸਿਰਫ ਵਿਆਹ ਹੀ ਗਈ ਉਹਨਾਂ ਦੇ ਘਰ ਸਿੱਧਾ ਹੀ ਅੰਗੇਜਮੈਂਟ ਤੋਂ ਬਾਅਦ ਵਿੱਚ। ਤਾਂ ਪਤਾ ਕਿੱਦਾਂ ਲੱਗਣਾ ਸੀ ਕਿ ਮੁੰਡਾ ਨਸ਼ੇ ਕਰਦਾ ਆ ਜਾਂ ਦਾਰੂ ਵਗੈਰਾ ਪੀਂਦਾ ਆ। ਫਿਰ ਘਰੇ ਪ੍ਰੋਬਲਮ ਕੱਲੀ ਇਹੀ ਆਈ ਕਿ ਉਹ ਨਸ਼ੇ ਕਰਦਾ ਆ ਤਾਂ ਕਰਕੇ ਤੁਸੀਂ ਰੋਕਦੇ ਹੋ ਉਹਨੂੰ, ਤਾਂ ਕਰਕੇ ਉਹਨੂੰ ਥੋੜਾ ਜਿਹਾ ਰਿਹਾ ਤੁਹਾਡੇ ਤੋਂ? ਇਹ ਤਾਂ ਮੁੰਡੇ ਨੂੰ ਪ੍ਰੋਬਲਮ ਸੀ ਕਿ ਮੈਨੂੰ ਨਸ਼ੇ ਤੋਂ ਰੋਕਦੀ ਆ। ਘਰਦਿਆਂ ਨੂੰ ਇਹ ਸੀਗਾ ਕਿ ਰਿਹਾ ਤੋਂ ਰਿਹਾ ਵੀ ਸੱਸ ਦੇ ਕੰਨ ਢੱਕ ਦਿੰਦਾ ਆ, ਕਿ ਅਸੀਂ ਸਿਰਫ ਪੈਲਸ ਦਾ ਹੀ ਖਰਚਾ ਕੀਤਾ, ਪੈਲਸ ਦੀ ਰੋਟੀ ਪਾਣੀ ਦਾ ਕੀਤਾ, ਕਿ ਸਾਨੂੰ ਗੋਲਡ ਵਗੈਰਾ ਨਹੀਂ ਪਾਇਆ ਗਿਆ। ਸੱਚ ਕਹਿੰਦੇ ਮੇਰੀ ਸੱਸ ਇਸੇ ਗੱਲ ਤੇ ਮੈਨੂੰ ਮਿਹਣੇ ਮਾਰਦੀ ਹੁੰਦੀ ਸੀ, ਨਿੱਕੀ ਨਿੱਕੀ ਗੱਲ ਤੇ ਜਠਾਣੀ ਵੱਲੋਂ ਵੀ ਇਹ ਤਾਂ ਰਿਹਾ ਤੋਂ ਰਿਹਾ ਵੀ ਕਰ ਦਿੰਦਾ। ਕਿਉਂ ਫਾਦਰ ਸਾਹਿਬ ਵੀ ਨੌਕਰੀ ਕਰਦੇ ਸੀ, ਵੱਡਾ ਭਰਾ ਬਾਹਰ ਸੀਗਾ, ਛੋਟਾ ਵੀ ਇੱਧਰ ਸਰਵਿਸ ਕਰਦਾ ਸੀਗਾ, ਕਿ ਇੰਨਾ ਤਾਂ ਰਿਹਾ ਤੋਂ ਰਿਹਾ ਵੀ ਕਰ ਦਿੰਦਾ, ਤੁਹਾਡੇ ਤੋਂ ਤਾਂ ਸੱਸ ਦੇ ਕੰਨ ਵੀ ਨਹੀਂ ਟਕੇਗੇ। ਛੋਟੇ ਘਰ ਦੀ ਕਹਿ ਕੇ ਕਿਹਾ ਜਾਂਦਾ ਸੀਗਾ। ਇਹੀ ਦਬਾਅ ਪਾਇਆ ਜਾਂਦਾ ਸੀ ਕਿ ਮੁੰਡਾ ਬਾਹਰ ਚਲਾ ਗਿਆ, ਜੇ ਕੋਈ ਉਹਨੇ ਕੁਝ ਮੈਨੂੰ ਕਹਿਣਾ ਆ ਤਾਂ ਘਰਦਿਆਂ ਨੇ ਕਹਿਣਾ ਪੇਕੇ ਚਲੀ ਜਾ, ਕਪੂਰ ਪਿੰਡ ਚਲੀ ਜਾ। ਮੈਨੂੰ ਗੱਲ ਤੇ ਹਰੇਕ ਗੱਲ ਤੇ ਇਹੀ ਕਹੀ ਜਾਂਦੇ ਸੀ ਪੇਕੇ ਚਲੀ ਜਾ। ਤੁਸੀਂ ਵਿਆਹ ਤੋਂ ਬਾਅਦ ਕਿੰਨਾ ਚਿਰ ਰਹੇ ਹੋ ਆਪਣੇ ਸਹੁਰੇ ਘਰ? ਮੈਂ ਤਕਰੀਬਨ 1.5 ਸਾਲ 1 ਸਾਲ 5 ਮਹੀਨੇ ਰਹੀ ਹਾਂ। ਉਸ ਤੋਂ ਬਾਅਦ ਮੁੰਡਾ ਛੁੱਟੀ ਆਏ 2018 ਦੇ ਵਿੱਚ। ਛੁੱਟੀ ਆਇਆ ਤਾਂ ਘਰ ਦਾ ਆਪਸੀ ਨਾਲ ਤਾਂ ਕਾਫੀ ਮਾਹੌਲ ਖਰਾਬ ਸੀਗਾ। ਜੇ ਮੈਂ ਕੋਈ ਗੱਲ ਕਹਿਣੀ ਤਾਂ ਉਹਨਾਂ ਨੇ ਆਪਸ 'ਚ ਲੜ ਪੈਣਾ, ਮੈਨੂੰ ਸੁਣਾ ਦੇਣੀ। ਇਹਨਾਂ ਨੇ ਕੀ ਮੈਨੂੰ ਇੱਥੇ ਭੇਜ ਦਿੱਤਾ ਕਪੂਰ ਪਿੰਡ। ਜਠਾਣੀ ਨੇ ਆਪਸ 'ਚ ਇਹਨਾਂ ਦੀ ਆਪਣੇ ਦਰਾਣੀ ਦੀ ਤੇ ਜਠਾਣੀ ਦੀ ਆਪਸ 'ਚ ਹੋਈ ਆ, ਦੇਰ ਤੇ ਆਪਣੀ ਜਠਾਣੀ ਮੇਰੀ ਦੀ ਆਪਸ 'ਚ ਤਕਰਾਰ ਹੋਈ, ਤਾਂ ਇਹਨਾਂ ਨੇ ਮੈਨੂੰ ਇੱਥੇ ਭੇਜਤਾ ਇਹ ਕਹਿ ਕੇ ਕਿ ਤੇਰਾ ਘਰ 'ਚ ਕੋਈ ਹਿੱਸਾ ਨਹੀਂ। ਹਾਲਾਂਕਿ ਵਿਆਹ ਤੋਂ ਪਹਿਲਾਂ ਕਹਿੰਦੇ ਸੀ ਕਿ ਮੈਨੂੰ ਘਰ ਸਾਰਿਆਂ ਦਾ ਸਾਂਝਾ ਆ, ਤੇ ਹੁਣ ਕਹਿੰਦੇ ਆ ਕਿ ਜਠਾਣੀ ਇਕੱਲੀ ਦੇ ਨਾਮ ਤੇ ਘਰ ਵਾ, ਜੇਠ ਦੇ ਨਾਮ ਤੇ ਵੀ ਨਹੀਂ, ਮੇਰੀ ਜਠਾਣੀ ਦੇ ਨਾਮ ਤੇ ਘਰ ਵਾ। ਤੁਸੀਂ ਇਹ ਕਹਿਣਾ ਸੀਗਾ ਨਾ ਕਿ ਸਾਡਾ ਵੀ ਤਾਂ, ਤੁਸੀਂ ਵੀ ਉਸ ਘਰ ਦੇ ਨੂੰਹ ਹੋ ਤੇ ਤੁਸੀਂ ਉੱਥੇ ਘਰੇ ਕਿਉਂ ਨਹੀਂ ਰੁਕੇ? ਮੈਨੂੰ ਸਰ ਰੱਖਿਆ ਹੀ ਨਹੀਂ ਉਹਨਾਂ ਨੇ, ਮੁੰਡਾ ਭੇਜ ਦਿੱਤਾ ਬਾਹਰ, ਮੈਨੂੰ ਕੱਢ ਦਿੱਤਾ ਇੱਥੇ ਪੇਕਿਆਂ ਦੇ। ਕਿ ਮੇਰੀ ਸੱਸ ਨੇ ਮੈਨੂੰ ਮੂੰਹ ਤੇ ਕਹਿਤਾ ਕਿ ਤੇਰਾ ਟੱਬਰ ਜਿੱਥੇ ਮਰਜ਼ੀ ਛੱਡ, ਚਾਹੇ ਆਸ਼ਰਮ ਛੱਡ ਜਾ ਇਹਨੂੰ। ਮੇਰੇ ਘਰ ਵਾਲੇ ਨੂੰ ਮੈਨੂੰ ਇਹ ਕਹਿ ਕੇ ਘਰੋਂ ਕੱਢਤਾ ਕਿ ਤੇਰਾ ਘਰ 'ਚ ਕੋਈ ਹਿੱਸਾ ਨਹੀਂ ਹੈਗਾ, ਇਹ ਘਰ ਜਠਾਣੀ ਦੇ ਨਾਮ ਤੇ ਆ। ਮੇਰੇ ਵੱਲੋਂ ਇਹ ਕਿਹਾ ਕਿ ਤੇ ਜਿਹੜਾ ਮੁੰਡੇ ਦਾ ਘਰ ਮੈਨੂੰ ਉੱਥੇ ਛੱਡ ਜਾਓ। ਹਾਲਾਂਕਿ ਤੁਸੀਂ ਕਹਿੰਦੇ ਸੀ ਕਿ ਵਿਆਹ ਤੋਂ ਪਹਿਲਾਂ ਨਾਲ ਦਾ ਪਲਾਟ ਮੁੰਡੇ ਦਾ ਆ।
ਇਹਦੇ ਵਿੱਚੋਂ ਹੀ ਕਰ ਲਓ, ਇਹਦੇ ਚੋਂ ਜਿੰਨਾ ਤੁਸੀਂ ਆਪਣਾ ਹਿੱਸਾ ਰੱਖ ਕੇ, ਜੇ 2 ਮਿੰਟ ਲਈ ਉਹਨੂੰ ਵੀ ਆਉਂਦਾ ਉਹ 'ਚ ਮੈਨੂੰ ਮਕਾਨ ਪਾ ਦਿਓ, ਸੱਸ ਮੇਰੀ ਮੇਰੇ ਨਾਲ ਰਹੂੰਗੀ। ਤੁਹਾਨੂੰ ਇਹ ਕੌਣ ਕਹਿੰਦਾ ਹੈ ਵੀ ਆਸ਼ਰਮ ਛੱਡ ਦਿਓ? ਮੇਰੀ ਸੱਸ ਨੇ ਮੈਨੂੰ ਕਿਹਾ ਕਿ ਤੇਰਾ ਟੱਬਰ, ਮੇਰੇ ਘਰ ਵਾਲੇ ਨੂੰ ਕਿਹਾ ਕਿ ਤੇਰਾ ਟੱਬਰ ਆ, ਤੇਰੀ ਫੈਮਿਲੀ ਹੈ, ਤੇਰੀ ਵਾਈਫ ਆ, ਇਹਨੂੰ ਭਾਵੇਂ ਆਸ਼ਰਮ ਛੱਡ ਜਾ। ਤੇ ਤੁਸੀਂ ਫਿਰ ਉਹਨੂੰ ਕਹਿਣਾ ਸੀ ਵੀ ਬਾਹਰ ਲੈ ਜਾ ਮੈਨੂੰ? ਸਰ ਬਾਹਰ ਉਹਨੇ ਉਸ ਤੋਂ ਬਾਅਦ ਵਿੱਚ ਮੈਨੂੰ ਕਹਿੰਦਾ ਜੋਤੀ ਤੈਨੂੰ ਮੈਂ ਇੱਥੇ ਛੱਡ ਕੇ ਨਹੀਂ ਜਾਣਾ, ਮੰਮੀ ਇਦਾਂ ਕਹਿੰਦੇ ਆ, ਮੇਰੇ ਮੂੰਹ ਤੇ ਗੱਲ ਆ ਕਿ ਤੈਨੂੰ ਮੈਂ ਬਾਹਰ ਲੈ ਜਾਣਾ ਆ, ਤੂੰ 3 ਮਹੀਨੇ ਆਪਣੀ ਮੰਮੀ ਕੋਲ ਜਾ ਕੇ ਰਹਿ ਲੈ ਕਪੂਰ ਪਿੰਡ। ਅਸੀਂ ਮੰਮੀ ਦੇ ਕੋਲ ਆਏ ਆ, ਮੰਮੀ ਨੇ ਮੈਨੂੰ 3 ਮਹੀਨੇ ਕਹਿ ਕੇ ਮੰਮੀ ਕੋਲ ਛੱਡ ਗਿਆ ਆ ਕਿ ਤੇਰਾ ਮੈਂ ਬਾਹਰਲਾ ਬਣਾ ਲੈਣਾ ਆ, ਵੀ ਤੇ ਘਰ ਦੇ ਕਹਿੰਦੇ ਤੇਰਾ ਕੋਈ ਹਿੱਸਾ ਨਹੀਂ ਪ੍ਰਾਪਰਟੀ 'ਚ, ਤੇ ਸਰ ਉਹ ਅੱਜ ਤੱਕ ਵਾਪਸ ਨਹੀਂ ਆਇਆ। ਪੂਰੇ 2018 ਤੋਂ ਬਾਅਦ ਆਇਆ ਹੀ ਨਹੀਂ ਬਾਹਰ? 2018-21 ਮਈ ਤੋਂ ਬਾਅਦ ਵਿੱਚ ਵਾਪਸ ਨਹੀਂ ਆਇਆ। ਉਸ ਤੋਂ ਬਾਅਦ ਵਿੱਚ ਮੈਂ ਡੇਲੀ ਫੋਨ ਕਰਨਾ, ਫੋਨ ਚੱਕ ਲੈਣਾ, ਬਾਅਦ ਵਿੱਚ ਕਹਿਣਾ ਮੈਂ ਕੰਮ ਤੇ ਬਿਜ਼ੀ ਆ। 6 ਮਹੀਨੇ 2-3 ਮਹੀਨੇ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ। ਬਾਅਦ ਵਿੱਚ ਮੈਨੂੰ ਕਹਿੰਦਾ ਕਿ ਇਧਰ ਕੰਮ ਥੋੜਾ ਮੇਰਾ ਇਦਾਂ ਹੀ ਹੋਇਆ ਆ, ਮੇਰਾ ਲੋਨ ਚੱਲਦਾ ਪਿਆ ਆ, ਇੱਕਦਮ ਕੰਮ ਬਣਾਉਣਾ ਔਖਾ, ਥੋੜੇ ਬਹੁਤੇ ਪੈਸੇ ਦਾ ਅਰੇਂਜਮੈਂਟ ਕਰ ਲੈ, ਤੂੰ ਵੀ ਸਿਲਾਈ ਕਰਦੀ ਆ, ਘਰ ਠੀਕ ਆ, ਤੇ ਥੋੜੇ ਬਹੁਤੇ ਪੈਸੇ ਅਰੇਂਜਮੈਂਟ ਕਰ ਲੈ। ਉਧਰ ਮੰਮੀ ਹੁਣੀ ਵੀ ਮੇਰੀ ਗੱਲਬਾਤ ਹੋਣ ਲੱਗ ਪਈ ਆ, ਤੇ ਮੈਂ ਤੇਰਾ ਕੰਮ ਛੇਤੀ ਬਣਾ ਲੂੰਗਾ। ਸਰ ਉਹਨਾਂ ਨੇ ਕਰਦੇ ਕਰਦੇ ਨੇ ਕੁਛ, ਮੰਮੀ ਨੇ ਗੋਲਡ, ਮੇਰੇ ਤੋਂ ਗੋਲਡ ਸੀਗਾ, ਲੋਨ ਲੈ ਲਈ, ਕੁਛ ਅਸੀਂ ਆਲੇ ਦੁਆਲੇ ਤੋਂ ਫੜ ਲਿਆ ਰਿਸ਼ਤੇਦਾਰਾਂ ਦੇ ਕੋਲੋਂ, ਉਹ 5 ਲੱਖ ਰੁਪਇਆ ਅਸੀਂ ਇਕੱਠਾ ਕਰਕੇ ਜੇਠ ਨੂੰ ਵੀ ਦਿੱਤਾ। ਉਹ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਮੇਰਾ ਫੋਨ ਹੀ ਕਰਨਾ ਬੰਦ ਕਰਤਾ। ਮੰਮਾ ਨੇ ਮੈਨੂੰ ਨੰਬਰ ਬਲੌਕ 'ਚ ਪਾਤਾ, ਮੇਰੀ ਸੱਸ ਨੇ ਮੇਰਾ ਨੰਬਰ ਬਲੌਕ 'ਚ ਪਾਤਾ, ਘਰ ਵਾਲੇ ਤਾਂ ਬਿਲਕੁਲ ਹੀ ਫੋਨ ਕਰਨੋਂ ਹਟ ਗਿਆ। ਉਹ ਜਿਹੜਾ 5 ਲੱਖ ਰੁਪਈਆ ਉਹ ਇਹ ਕਹਿ ਕੇ ਲਿਆ ਉਹਨਾਂ ਤੁਹਾਡੇ ਕੋਲ ਵੀ ਤੁਹਾਡਾ ਕੰਮ ਛੇਤੀ ਬਣ ਜਾਊਗਾ? ਹਾਂਜੀ, ਕਹਿੰਦੇ ਸੀ ਕਿ ਤੇਰਾ ਕੰਮ ਜਲਦੀ ਬਣ ਜਾਊਗਾ, ਕਿ ਇੱਕਦਮ ਹੁਣ ਕੰਮ ਬਣਾਉਣਾ ਔਖਾ ਆ, ਤੇ ਇਦਾਂ ਕਰਦੇ ਆ, ਕੁਛ ਤੂੰ ਕਰ ਲੈ, ਕੁਛ ਮੈਂ ਕਰ ਲੈਂਦੀ ਆ, ਕਿ ਮੈਂ ਕੁਛ ਆਪਣੇ ਘਰ ਮੇਰੇ ਕੋਲ ਹੈ ਨਹੀਂ, ਉਹ ਹਲੇ ਪੱਕਾ ਆਪਣੇ ਵਾਲਾ, ਉੱਤੇ ਜੇ ਨਿਕਲਦਾ ਤਾਂ ਉਹਦੇ ਪੇਪਰ ਨਹੀਂ ਪੂਰੇ ਬਣਦੇ ਹੈਗੇ, ਤਾਂ ਤੂੰ ਇਦਾਂ ਕਰ, ਕੁਛ ਤੂੰ ਕਰ ਲੈ, ਕੁਛ ਮੈਂ ਕਰ ਲੈਂਦੀ ਆ, ਮੈਂ ਕਰ ਲੈਂਦਾ ਆ, ਤਾਂ ਆਪਾਂ ਤੇਰਾ 'ਚ ਕੰਮ ਛੇਤੀ ਹੋ ਜਾਊਗਾ। ਉਹ 5 ਲੱਖ ਲੈਣ ਤੋਂ ਬਾਅਦ ਫੋਨ ਬਲੌਕ ਕਰ? ਬਿਲਕੁਲ 5 ਲੱਖ ਦਵਾਈ ਮੈਂ ਨੰਬਰ ਹੀ ਬਲੌਕ ਕਰ ਦਿੱਤਾ। ਘਰ ਵਾਲੇ ਨੇ 2-3 ਵਾਰੀ ਬਲੌਕ ਕੀਤਾ, ਫਿਰ ਮੈਂ ਫੋਨ ਕਰਨਾ, ਮੈਂ ਘਰ ਵੀ ਜਾ ਕੇ ਆਉਂਦੀ ਰਹੀ ਆ ਕਿ ਨਾ ਤਾਂ ਤੁਸੀਂ ਰੱਖਦੇ ਆ, ਨਾ ਉਹ ਉਧਰੋਂ ਆ ਰਿਹਾ, ਨਾ ਮੇਰਾ ਕੰਮ ਬਣਾ ਰਿਹਾ, ਮੈਂ ਦੱਸੋ ਕਿੱਥੇ ਰਵਾਂ? ਮੇਰੇ ਕੋਲ ਤਾਂ ਕੋਈ ਬੱਚਾ ਵੀ ਨਹੀਂ ਹੈਗਾ ਜੇ ਮੈਂ ਜਿਹੜੇ ਆਸਰੇ ਟਾਈਮ ਪਾਸ ਕਰੀ ਜਾਵਾਂ। ਮੈਨੂੰ ਹਰੇਕ ਵਾਰੀ ਕਰੋ ਕੋਈ ਨਹੀਂ ਬਣ ਜਾਣਾ ਕੰਮ, ਬਣ ਜਾਣਾ ਕੰਮ। ਮੈਂ ਕਿਹਾ ਜੇ ਨਹੀਂ ਬਣਦਾ ਕੰਮ ਤੁਸੀਂ ਰੱਖ ਲਓ, ਜਿੱਥੇ ਮੁੰਡੇ ਦਾ ਤਾਂ ਨਹੀਂ ਆਪਣੇ ਘਰ ਰੱਖਣਾ, ਜਠਾਣੀ ਦੇ ਨਾਮ ਤੇ ਘਰ ਆ, ਨਹੀਂ ਉੱਥੇ ਰੱਖਣਾ, ਨਾਲ ਦਾ ਪਲਾਟ ਹੈਗਾ ਤੁਹਾਡਾ ਪਿੰਡ ਪਿੱਛਾ ਕੰਗਣੀ ਵਾਲਾ, ਉੱਥੇ ਤੁਹਾਡੇ ਕੋਲ ਘਰ ਹੈਗਾ, ਤੁਸੀਂ ਉੱਥੇ ਲੈ ਚਲੋ। ਉੱਥੇ ਵੀ ਨਹੀਂ ਮੰਨੇ ਸਰ, ਨਾ ਵਾਪਸ ਆ ਰਿਹਾ, ਨਾ ਕਿਤੇ ਲੈ ਕੇ ਜਾ ਰਹੇ ਨੇ, ਨਾ ਮੁੰਡੇ ਦੀ ਕੋਈ ਪ੍ਰਾਪਰਟੀ, ਮੈਂ ਰਵਾਂ ਕਿੱਥੇ? ਕਿੰਨਾ ਚਿਰ ਇੱਥੇ ਮਾਪਿਆਂ ਦੀ ਬੈਠ, 3.5 ਸਾਲ ਤੋਂ ਉੱਪਰ ਟਾਈਮ ਹੋ ਗਿਆ ਮੈਨੂੰ ਇੱਥੇ ਰਹਿੰਦੀ ਨੂੰ। ਇਸ ਦਰਮਿਆਨ ਨਾ ਉਹਨੇ ਮੈਨੂੰ ਕਦੀ ਖਰਚਾ, ਨਾ ਕਦੀ ਪੈਸਾ, ਨਾ ਕਦੀ ਫੋਨ। ਮੈਂ ਅੱਜ ਵੀ ਉਹਨੂੰ ਫੋਨ ਕਰਦੀ ਆ, ਪਰ ਉਹਨੇ ਮੇਰਾ ਕਦੀ ਫੋਨ ਦਾ ਆਨਸਰ ਨਹੀਂ ਦਿੱਤਾ, ਉਲਟਾ ਮੈਨੂੰ ਗੰਦੀਆਂ ਗੰਦੀਆਂ ਰਿਕਾਰਡਿੰਗਾਂ ਭੇਜਦਾ ਆ, ਗਲਤ ਮਤ। ਜੇ ਮੈਂ ਸਰਪੰਚ ਸਾਹਿਬ ਨੂੰ ਬਿਠਾ ਕੇ ਵਿੱਚ ਗੱਲ ਕਰਦੀ ਆ ਕਿ ਸਰ ਨਾ ਤਾਂ ਭਾਜੀ ਮੈਨੂੰ ਉਹ ਲੈ ਕੇ ਜਾ ਰਹੇ, ਸਰ ਸਾਡੇ ਪਿੰਡ ਦੇ ਸਰਪੰਚ ਗਏ ਸੀ, ਮੈਂ ਪੰਚਾਇਤ ਲੈ ਕੇ ਉਹਨਾਂ ਦੇ ਘਰ 'ਚ ਬੈਠੀ, ਅਸੀਂ 4 ਸਿਆਣੇ, ਉਹਦੇ ਵਿੱਚ ਮੈਨੂੰ ਮੰਨਿਆ ਕਿ ਤੈਨੂੰ ਅਸੀਂ ਆਣ ਕੇ ਲੈ ਜਾਵਾਂਗੇ, ਮੇਰਾ ਜੇਠ ਮੰਨਿਆ ਕਿ ਜਿੱਥੇ ਤੂੰ ਵਿਆਹੀ ਗਈ ਸੀ ਉਸ ਘਰ 'ਚ ਨੂੰ ਆਣ ਕੇ ਲੈ ਜਾਾਂਗੇ। ਇਹਨਾਂ ਨੇ ਆਂਦੇ ਮੇਰੇ ਐਕਸੀਡੈਂਟ ਕਰਵਾਤਾ ਰਸਤੇ ਦੇ ਵਿੱਚ। ਉਸ ਸਰ ਨਾ ਤਾਂ ਮੇਰੀ ਖਬਰ ਲੈਣ ਆਏ ਆ, ਨਾ ਮੈਨੂੰ ਲੈਣ ਆਏ ਆ। ਤੁਸੀਂ ਕਾਨੂੰਨ ਸਹਾਇਤਾ ਲਈ ਫਿਰ ਕੋਈ? ਉਸ ਤੋਂ ਬਾਅਦ ਮੈਂ 3 ਮਹੀਨੇ ਫਿਰ ਵੇਟ ਕੀਤੀ ਕਿ ਸ਼ਾਇਦ ਮਨ ਬਦਲ ਜਾਊਗਾ। 12ਵੇਂ ਮਹੀਨੇ ਕਹਿੰਦੇ ਸੀ ਕਿ ਮੁੰਡੇ ਨੇ ਆ ਜਾਣਾ ਆ, 12ਵਾਂ ਵੀ ਲੰਘ ਗਿਆ, ਪਹਿਲਾ ਵੀ ਲੰਘ ਗਿਆ। ਮੈਂ ਮੈਸੇਜ ਕੀਤਾ ਆਪਣੇ ਘਰ ਵਾਲੇ ਨੂੰ, ਮੇਰਾ ਸ਼ੋਰ ਹੈ ਕਿ 3 ਸਾਲਾਂ 'ਚ ਉਹ ਇੱਥੇ ਆਏ ਨਹੀਂ, ਕਿ ਕਿਤੇ ਤੁਹਾਨੂੰ ਨਹੀਂ ਪਤਾ ਲੱਗਾ ਆਏ ਹੋਣਗੇ? ਨਹੀਂ ਸਰ, ਮੈਂ ਇਸ ਬਾਰੇ ਸ਼ੋਰ ਤਾਂ ਨਹੀਂ, ਪਰ ਮੈਨੂੰ ਨਹੀਂ, ਮੇਰੇ ਨੌਲੇਜ 'ਚ ਕਿ ਉਹ ਨਹੀਂ ਆਇਆ ਇੰਡੀਆ। ਜੇ ਆਇਆ ਵੀ ਹੋਊਗਾ ਮੈਨੂੰ ਪਤਾ ਨਹੀਂ ਹੈਗਾ। ਗੱਲ ਤਾਂ ਕੋਈ ਵੀ ਨਹੀਂ ਲੱਗ ਰਹੀ ਤੁਹਾਡੀ ਗੱਲ ਦੇ ਵਿੱਚ ਵੀ ਕੋਈ ਲੜਾਈ ਝਗੜਾ ਨਹੀਂ, ਕੋਈ ਉਹਨੂੰ ਤੁਹਾਡੇ ਤੋਂ ਤੰਗੀ ਨਹੀਂ ਲੱਗ ਰਹੀ, ਨਾ ਤੁਹਾਨੂੰ ਲੱਗ ਰਹੀ ਹੈ। ਫਿਰ ਗੱਲ ਹੋਈ ਕਿੱਥੋਂ ਵੀ ਤੁਹਾਨੂੰ ਜਾਂ ਤਾਂ ਰਿਸ਼ਤੇ ਕਰਾਉਣ ਵਾਲੇ ਨੇ ਗਲਤ ਸਲਾਹ ਦੇਤੀ, ਕਿ ਜਾਂ ਤੁਹਾਡੀ ਸੱਸ ਚੁੱਕਦੀ ਆ, ਜਾਂ ਤੁਸੀਂ ਕੋਈ ਕੰਮ ਨਹੀਂ ਕਰਦੇ ਉੱਥੇ, ਜਾਂ ਕੋਈ ਗੱਲ ਵਿੱਚੋਂ ਕੋਈ ਤੁਹਾਨੂੰ ਕੋਈ ਸਮਝ ਲੱਗੀ ਇਹਨਾਂ 3-4 ਸਾਲਾਂ 'ਚ? ਬਿਲਕੁਲ ਨਹੀਂ, ਮੈਨੂੰ ਅੱਜ ਤੱਕ ਸਮਝ ਨਹੀਂ ਲੱਗਾ ਕਿ ਮੇਰੀ ਗਲਤੀ ਕਿੱਥੇ ਆ। ਕੰਮ ਨਾ ਮੈਂ ਕੰਮ ਕਰਕੇ ਦਿੰਦੀ ਰਹੀ ਆ, ਲੜਾਈ ਝਗੜਾ ਮੈਂ ਨਹੀਂ ਸੀ ਕਰਦੀ, ਪੇਕੇ ਮੈਂ ਨਹੀਂ ਲਾਈ ਰੱਖਦੀ ਸੀ, ਖਰਚਾ ਉਤੋਂ ਮੈਂ ਨਹੀਂ ਸੀ ਮੰਗਦੀ। ਫਿਰ ਮੇਰੀ ਗਲਤੀ ਕੀ ਆ? ਹੁਣ ਜੇ ਅੱਜ ਉਹਨੂੰ ਮੈਂ ਕਹਿੰਦੀ ਆ ਕਿ ਜੇ ਬਾਲਾ ਨਹੀਂ ਬਣਦਾ ਤੂੰ ਇੰਡੀਆ ਆ ਜਾ, ਤਾਂ ਮੈਨੂੰ ਉਲਟਾ ਮੈਨੂੰ ਰਿਕਾਰਡਿੰਗਾਂ ਭੇਜਦਾ ਕਿ 10 ਲੱਖ ਲੈਣਾ, ਲੈ ਸਾਈਡ ਤੇ ਹੋ। ਭਾਈ ਨੂੰ ਅਸੀਂ ਇੱਕ ਵਾਰੀ ਫੋਨ ਵੀ ਲਾਇਆ ਆ, ਲਵਲੀ ਉਹਨਾਂ ਦਾ ਨਾਮ ਆ, ਰਿੰਗ ਜਾ ਰਹੀ ਆ, WhatsApp ਤੇ ਕਾਲ ਲਾਈ ਆ। ਕੋਸ਼ਿਸ਼ ਕਰਦੇ ਆ ਕਿ ਜੇ ਉਹ ਚੁੱਕਣਗੇ ਤਾਂ ਇੱਕ ਵਾਰੀ ਉਹਨਾਂ ਦਾ ਪੱਖ ਲੈਣਾ ਵੀ ਸਾਡੇ ਲਈ ਲਾਜ਼ਮੀ ਆ, ਕਿ ਉਹ ਕੀ ਕਹਿੰਦੇ ਆ, ਕਿ ਵਿਆਹ ਹੋਇਆ ਸੀ ਜਾਂ ਕਿਸ ਗੱਲ ਤੋਂ ਹੋਇਆ ਸੀ, ਤਾਂ ਕਿਉਂ ਇਹ ਇੰਨੀ ਪਰੇਸ਼ਾਨੀ ਦੇ ਵਿੱਚ ਨਿਕਲ ਰਹੇ ਆ ਸਮਾਂ ਦੇ। ਉਹ ਨਾਲ ਦੀ ਨਾਲ ਉਹ ਵੀ ਗੱਲ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਉਧਰ ਹੁਣ ਸਮਾਂ ਮੈਨੂੰ ਲੱਗਦਾ 1-1.5 ਵਜੇ ਦਾ ਹੋਇਆ ਹੋਊਗਾ ਜੀ। ਬਿਲਕੁਲ ਸਰ, 3.5 ਘੰਟੇ 4 ਘੰਟੇ ਪਿੱਛੇ ਆ ਇਟਲੀ ਆਪਣੇ ਤੋਂ। ਪਰ ਉਹ ਮੈਂ ਡੇਲੀ ਫੋਨ ਕਰਦੀ ਆ, ਮੇਰਾ ਫੋਨ ਨਹੀਂ ਚੱਕਦਾ, ਮੈਂ ਮੈਸੇਜ ਕਰਦੀ ਆ, ਕੋਈ ਰਿਪਲਾਈ ਨਹੀਂ ਆਉਂਦਾ। ਫੋਨ ਨਹੀਂ ਚੱਕਿਆ, ਇੱਕ ਵਾਰੀ ਫੇਰ ਅਸੀਂ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿ ਲਾ ਕੇ ਕੋਸ਼ਿਸ਼ ਕਰੀਏ ਉਹਨਾਂ ਨਾਲ ਵੀ ਗੱਲ ਕਰਨ ਦੀ। ਪਰ ਇਹਦੇ ਵਿੱਚੋਂ ਤੁਸੀਂ ਵੀ, ਤੁਹਾਡੀ ਵੀ ਗਲਤੀ ਹੈ ਕਿ ਤੁਸੀਂ ਪੁੱਛ ਪੜਤਾਲ ਹੀ ਨਹੀਂ ਕੀਤੀ ਕਿਸੇ ਤੋਂ, ਨਾ ਤੁਸੀਂ ਘਰ ਦਾ ਪਤਾ ਕੀਤਾ ਵੀ ਰਹਿੰਦੇ ਕਿੱਥੇ ਆ, ਜਾਂ ਉਹਨਾਂ ਦੇ ਨਾਂ ਕਿਹਦੇ ਤੇ। ਗਲਤੀ ਆਪਣੀ ਵੀ ਮੰਨਦੇ ਹੋ ਤੁਸੀਂ? ਬਿਲਕੁਲ ਸਰ, ਇੱਕ ਵਿਸ਼ਵਾਸ ਤੇ ਰਿਸ਼ਤਾ ਕਦੀ ਕਰਨਾ ਨਹੀਂ ਚਾਹੀਦਾ। ਮੈਂ ਤਾਂ ਕੁੜੀਆਂ ਨੂੰ ਇਹ ਸਲਾਹ ਦਊਂਗੀ ਕਿ ਵਿਸ਼ਵਾਸ ਤੇ ਰਿਸ਼ਤਾ ਕਦੀ ਨਹੀਂ ਕਰਨਾ ਚਾਹੀਦਾ। ਜਾਂ ਤਾਂ ਆਪ ਛਾਣਬੀਨ ਕਰਕੇ ਆਵੋ, ਜਾਂ ਆਪਣੇ ਭਰਾ ਜਾਂ ਆਪਣੀ ਮਾਂ ਨੂੰ
ਇਸ ਤੋਂ ਤੀਜੇ ਚੌਥੇ ਬੰਦੇ ਨੂੰ ਭੇਜੋ ਹੀ ਨਾ ਕਿਤੇ ਵੀ। ਤੁਸੀਂ ਤਾਂ ਫਿਰ ਮੈਨੂੰ ਲੱਗਦਾ ਆਪਦੇ ਚਾਚੇ ਦੀ ਵੀ ਗਲਤੀ ਮੰਨਦੇ ਹੋ। ਮੈਂ ਬਿਲਕੁਲ ਕਹਿੰਨੀ ਆ, ਚਾਚਾ ਜੀ ਨੇ ਇੱਕ ਵਿਸ਼ਵਾਸ ਤੇ ਰਿਸ਼ਤਾ ਕੀਤਾ, ਮੇਰਾ ਉੱਤੇ ਕਰ ਦਿੱਤਾ। ਉਲਟਾ ਮੇਰੀ ਭਾਬੀ ਨੂੰ ਵੀ ਨਹੀਂ ਮੇਰੇ ਨਾਲ ਭੇਜਿਆ ਗਿਆ, ਆਪਣੀ ਕੁੜੀ ਤੇ ਆਪਣੇ ਜਵਾਈ ਨੂੰ ਮੇਰੇ ਨਾਲ ਭੇਜਿਆ। ਸ਼ਾਇਦ ਪਹਿਲੇ ਹੀ ਉਹਨਾਂ ਦੇ ਦਿਲ 'ਚ ਲਾਲਚ ਹੋਊਗਾ ਜਾਂ ਕੋਈ ਚੋਰ ਹੋਊਗਾ। ਪੈਸੇ ਪੂਸੇ ਫਿਰ ਸਾਰੇ ਚਾਚੇ ਦੇ ਹੱਥੋਂ ਲੱਗਦੇ ਰਹੇ। ਬਿਲਕੁਲ ਚਾਚਾ ਜੀ ਦੇ ਹੀ। ਅਸੀਂ ਬਾਈ ਹੁਣਾਂ ਨੂੰ 2 ਵਾਰੀ ਫੋਨ ਕੀਤਾ ਆ, ਉਹ ਫੋਨ ਨਹੀਂ ਚੱਕ ਰਹੇ, ਕੰਮ ਤੇ ਹੋਣਗੇ ਜਾਂ ਉਹ ਕੋਈ ਲੱਗੇ ਹੋਣਗੇ ਕਿਤੇ, ਪਰ ਫਿਰ ਵੀ ਸਾਡੇ ਵੱਲੋਂ ਉਹਨਾਂ ਨੂੰ ਖੁੱਲਾ ਸੱਦਾ ਆ, ਕਿਤੇ ਵੀ ਆਪਣਾ ਪੱਖ ਰੱਖਣਾ ਚਾਹਣ ਤਾਂ ਅਸੀਂ ਉਹਨਾਂ ਦਾ ਪੱਖ ਜ਼ਰੂਰ ਲਵਾਂਗੇ, ਕਿਉਂਕਿ ਇੱਕ ਤਰਫਾ ਨਹੀਂ, ਅਸੀਂ ਦੋਵੇਂ ਤਰਫਾ ਖਬਰ ਲਾਉਣੀ ਜਿਹੜੀ ਆ ਉਹ ਸਹੀ ਸਮੇਂ ਦੇ ਇੱਕ ਵਾਰੀ ਆਪਣਾ ਫਰਜ਼ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਵਿੱਚ ਫੋਨ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਨਹੀਂ ਚੱਕਿਆ। ਅਖੀਰ ਦੇ ਵਿੱਚ ਹਰਪ੍ਰੀਤ ਮੈਂ ਇਹੀ ਜਾਣਨਾ ਚਾਹੁੰਦਾ ਕਿ ਤੁਸੀਂ ਹੁਣ ਕਾਨੂੰਨਨ ਤੌਰ ਦੇ ਉੱਪਰ ਵੀ ਤੁਸੀਂ ਸ਼ਿਕਾਇਤਾਂ ਜਿਹੜੀਆਂ ਨੇ ਦਿੱਤੀਆਂ ਹੋਈਆਂ ਨੇ, ਤਾਂ ਵੂਮਨ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗਲਾਟੀ ਹੋਣਾ ਨਾਲ ਗੱਲਬਾਤ ਕੀਤੀ ਆ, ਉਹ ਕੀ ਕਹਿੰਦੇ ਨੇ ਤੁਹਾਨੂੰ? ਮੈਮ ਨੇ ਮੇਰੀ ਗੱਲ ਬਹੁਤ ਸੁਣੀ। ਮੈਂ ਐਪਲੀਕੇਸ਼ਨ ਦੇ ਕੇ ਆਈ ਸੀ ਮੈਮ ਜੀ ਨੂੰ, ਉਹਨਾਂ ਨੇ ਮੇਰੀ ਗੱਲ ਬਹੁਤ ਸੁਣੀ ਆ। ਕਹਿੰਦੇ ਸੀ ਕਿ ਤੁਹਾਨੂੰ ਟਾਈਮ ਦਿੱਤਾ ਜਾਊਗਾ, ਜਿੱਦਾਂ ਤੁਹਾਨੂੰ ਟਾਈਮ ਦੇਵਾਂਗੇ ਉਦੋਂ ਤੁਸੀਂ ਹਾਜ਼ਰ ਹੋਣਾ, ਤੁਹਾਨੂੰ ਵੀ ਤੇ ਤੁਹਾਡੀ ਇਨ-ਲॉ ਸਾਰਾ ਫੈਮਿਲੀ ਨੂੰ ਵੀ, ਅਸੀਂ ਦੋਨਾਂ ਨੂੰ ਸੰਮਣ ਭੇਜਾਂਗੇ ਤੇ ਜਦੋਂ ਵੀ ਤੁਹਾਨੂੰ ਅਸੀਂ ਟਾਈਮ ਦੇਵਾਂਗੇ ਤੁਸੀਂ ਸਾਡੇ ਕੋਲ ਹਾਜ਼ਰ ਹੋਈਓ। ਤਾਂ ਤੁਸੀਂ ਅਖੀਰ ਦੇ ਵਿੱਚ ਦੱਸੋ ਕਿ ਤੁਸੀਂ ਉਸੇ ਲਵਲੀ ਦੇ ਨਾਲ ਵਸਣਾ ਚਾਹੁੰਦੇ ਹੋ ਕਿ ਜਾਂ ਤਲਾਕ ਲੈਣਾ ਚਾਹੁੰਦੇ ਹੋ ਜਾਂ ਤੀਸਰਾ ਕੋਈ ਹੋਰ ਰਾਹ ਲੱਭਦੇ? ਮੈਂ ਅਜੇ ਵੀ ਉਸ ਬੰਦੇ ਨੂੰ ਇੱਕ ਮੌਕਾ ਦੇਣਾ ਚਾਹੁੰਦੀ ਆ ਕਿ ਆਪਣਾ ਬਿਆਨ ਦੇਵੇ, ਮੈਨੂੰ ਦੱਸੇ। ਮੈਂ 3 ਮਹੀਨੇ ਬਹੁਤ ਧੱਕੇ ਖਾਦੇ ਵੂਮਨ ਸੈੱਲ ਦੇ ਵਿੱਚ ਮੈਡਮ ਜੀ ਤੋਂ ਕਿ ਮੈਡਮ ਮੈਨੂੰ ਉਹਦਾ ਬਿਆਨ ਚਾਹੀਦਾ। NRI ਥਾਣੇ ਵੀ ਗਈ, ਮੈਡਮ ਮੈਨੂੰ ਉਹਦਾ ਬਿਆਨ ਚਾਹੀਦਾ। ਫੋਨ ਕਰਦੇ ਨੇ, ਫੋਨ ਨਹੀਂ ਚੱਕਦਾ ਕਿਸੇ ਦਾ, ਕਿਹੜੀ ਗੱਲ ਤੋਂ ਨਹੀਂ ਚੱਕਦਾ, ਕੁਝ ਦੱਸਦਾ ਨਹੀਂ ਕਿ ਰੱਖਣਾ ਛੱਡਣਾ ਜਾਂ ਕਿੱਦਾਂ ਕਰਨੀ ਆ। ਉਹ ਆਪਣਾ ਬਿਆਨ ਦੇਵੇ, ਮੈਨੂੰ ਮੇਰੀ ਗਲਤੀ ਦੱਸੇ, ਉਸ ਤੋਂ ਬਾਅਦ ਵਿੱਚ ਦੇਖਾਂਗੇ। ਉਹ ਤਾਂ ਮੈਨੂੰ ਕਹਿੰਦਾ ਕਿ ਮੇਰੇ ਤੋਂ ਤਲਾਕ ਲੈ ਲੈ, ਜਿੰਨੇ ਪੈਸੇ ਚਾਹੀਦੇ ਲੈ ਲਾ, ਪਰ ਮੈਂ 5 ਸਾਲ ਤਲਾਕ ਵਾਸਤੇ ਨਹੀਂ ਸੀ ਬੈਠੀ ਹੋਈ ਕਿ ਮੈਂ 5 ਸਾਲੀ ਵਿਆਹ ਤੋਂ ਬਾਅਦ ਵਿੱਚ ਮੈਂ ਤਲਾਕ ਲਵਾਂਗੀ। ਤੁਹਾਡੇ ਮਨ 'ਚ ਕੀ ਆ ਫਿਰ, ਇਟਲੀ ਹੈ ਕਿ ਜਾਂ ਫਿਰ ਤੁਸੀਂ ਉਹਦੇ ਇੱਥੇ ਘਰੇ ਵੀ ਰਹਿਣਾ ਚਾਹੁੰਦੇ? ਮੈਨੂੰ ਆਪਣਾ ਬਿਆਨ ਦੇਵੇ, ਉਸ ਤੋਂ ਬਾਅਦ ਵਿੱਚ ਸੋਚਦੇ ਹਾਂ। ਧੰਨਵਾਦ। ਤਲਾਕ ਲੈਣਾ ਬਹੁਤ ਔਖਾ ਆ ਕੁੜੀਆਂ ਦੇ ਲਈ, ਤਲਾਕ ਲੈਣਾ ਔਖਾ ਆ। ਧੰਨਵਾਦ ਗੱਲਬਾਤ ਕਰਨ ਲਈ। ਫਿਰ ਵੀ ਤੁਸੀਂ ਸਟਰੋਂਗ ਹੋ, ਆਪਣੇ ਆਪ ਨੂੰ ਸੰਭਾਲ ਕੇ ਰੱਖੋ। ਤਾਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨਾਲ ਵੀ ਅਸੀਂ ਗੱਲ ਕਰ ਪਾਈਏ, ਪਰ ਉਹਨਾਂ ਫੋਨ ਨਹੀਂ ਚੱਕਿਆ। ਦੂਜਾ ਪੱਖ ਸਾਡੇ ਲਈ ਉਹ ਵੀ ਲਾਜ਼ਮੀ ਆ, ਪਰ ਦੂਜੇ ਪਾਸੇ ਇਹ ਵੀ ਹੈ ਕਿ ਪੰਜਾਬ ਭਰ ਦੇ ਵਿੱਚ ਅਜਿਹੇ ਕੇਸ 3300 ਜਿਹੜੇ ਆ, ਪੂਰੇ ਪੰਜਾਬ ਭਰ ਦੇ ਵਿੱਚ ਹੀ ਕੇਸ ਅਜਿਹੇ ਆ। ਘਰ ਘਰ ਦੀ ਕਹਾਣੀ ਆ ਇਹ ਵਾਲੀ। ਤਾਂ ਸੋਚ ਸਮਝ ਕੇ ਕਿਤੇ ਨਾ ਕਿਤੇ ਰਿਸ਼ਤੇ ਜਿਹੜੇ ਆ ਉਹ ਕਰਨੇ ਚਾਹੀਦੇ ਆ। ਜਿਸ ਤਰੀਕੇ ਨਾਲ ਹਰਪ੍ਰੀਤ ਹੋਣਾ ਨੇ ਵੀ ਦੱਸਿਆ ਕਿ ਪੁੱਛ ਪੜਤਾਲ ਸਾਡੇ ਕੋਲੋਂ ਚੰਗੀ ਤਰ੍ਹਾਂ ਨਹੀਂ ਹੋਈ, ਜਿਸ ਦੇ ਕਾਰਨ ਅੱਜ ਉਹ ਇੰਨੇ ਖੱਜਲ ਹੋ ਰਹੇ ਨੇ। ਤਾਂ ਇਹ ਕੇਸ ਪੰਜਾਬ ਦੇ ਵਿੱਚ ਬਹੁਤ ਸਾਰੇ ਨਿਕਲ ਕੇ ਆ ਰਹੇ ਨੇ। ਇਸ ਦੇ ਵਿੱਚ ਜਾਗਰੂਕ ਹੋਣ ਦੀ ਲੋੜ ਆ, ਮਾਪਿਓ ਜਾਗਰੂਕ ਹੋਣ, ਲੜਕੇ ਲੜਕੀਆਂ ਜਾਗਰੂਕ ਹੋਣ, ਕਿਉਂਕਿ ਕਈ ਵਾਰੀ ਨਹੀਂ ਤਾਂ ਜਿਸ ਤਰੀਕੇ ਨਾਲ ਜੋ ਪਿਛਲੇ ਦਿਨੀ ਸਿਨੈਰੀਓ ਬਣਿਆ ਕਿ ਆਈਲੈਟਸ ਵਾਲੀਆਂ ਕੁੜੀਆਂ ਜਾਂ ਮੁੰਡੇ ਬਾਹਰ ਚਲੇ ਜਾਂਦੇ, ਉਸ ਤੋਂ ਬਾਅਦ ਧੋਖੇ ਇੱਥੇ ਦਿੱਤੇ ਜਾਂਦੇ ਨੇ। ਤਾਂ ਇਹ ਚੀਜ਼ਾਂ ਤੋਂ ਜਾਗਰੂਕ ਹੋਣਾ ਚਾਹੀਦਾ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਪਿੰਡ ਕਪੂਰ।